अध्यापक साथियों ਅਤੇ प्यारे विद्यार्थियों, ਤੁਹਾਡਾ ਸਭ ਦਾ ਇਸ ਵੀਡੀਓ ਲੈਕਚਰ ਵਿੱਚ ਸਵਾਗਤ ਹੈ। ਮੇਰੇ ਵੱਲੋਂ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ। ਅੱਜ ਅਸੀਂ ਇਸ ਵੀਡੀਓ ਵਿੱਚ ਨੈਸਪੈਸ ਕੀ ਹੁੰਦਾ ਹੈ ਇਸ ਬਾਰੇ ਸਿੱਖਾਂਗੇ। ਨੈਸਪੈਸ ਕੀ ਹੁੰਦਾ ਹੈ, ਇਹ ਕਿਉਂ ਕਰਵਾਇਆ ਜਾਂਦਾ ਹੈ, ਇਸ ਦਾ ਸਿਲੇਬਸ ਕੀ ਹੁੰਦਾ ਹੈ, ਸਿੱਖਣ ਨਤੀਜੇ ਕੀ ਹੁੰਦੇ ਹਨ, ਸਿੱਖਣ ਨਤੀਜੇ ਅਸੀਂ ਕਿੱਥੋਂ ਪ੍ਰਾਪਤ ਕਰ ਸਕਦੇ ਹਾਂ, ਪੈਸ ਨਾਲ ਸੰਬੰਧਿਤ ਟੈਸਟ ਕਦੋਂ ਕਰਵਾਏ ਜਾਣਗੇ, ਜਾਂ ਹੋਰ ਤੁਹਾਡੇ ਮਨ ਵਿੱਚ ਜੋ ਬਹੁਤ ਸਾਰੇ ਸਵਾਲ ਹਨ ਉਹਨਾਂ ਸਾਰੇ ਸਵਾਲਾਂ ਦਾ ਜਵਾਬ ਦੇਣ ਲਈ ਇਹ ਵੀਡੀਓ ਬਣਾਈ ਗਈ ਹੈ। ਇਸ ਕਰਕੇ ਤੁਸੀਂ ਸਭ ਨੇ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਣਾ। ਤਾਂ ਆਓ ਆਪਾਂ ਹੁਣ ਇਸ ਵੀਡੀਓ ਲੈਕਚਰ ਨੂੰ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਨੈਸ ਤੋਂ ਕੀ ਭਾਵ ਹੈ। ਤਾਂ ਇਸ ਦਾ ਮਤਲਬ ਹੈ ਨੈਸ਼ਨਲ ਅਚੀਵਮੈਂਟ ਸਰਵੇ। ਨੈਸ NCERT ਦੁਆਰਾ ਸਾਰੇ ਦੇਸ਼ ਵਿੱਚ ਸਿੱਖਿਆ ਦੇ ਖੇਤਰ ਵਿੱਚ ਖੋਜ ਅਧਿਐਨ ਲਈ ਕੀਤਾ ਜਾਣ ਵਾਲਾ ਸਭ ਤੋਂ ਵੱਡਾ ਸਰਵੇ ਹੈ। ਜਾਣੀ ਕਿ ਇਹ ਟੈਸਟ NCERT ਦੁਆਰਾ ਸਾਰੇ ਦੇਸ਼ ਵਿੱਚ ਕਰਵਾਇਆ ਜਾਂਦਾ ਹੈ, ਜਿਸ ਨਾਲ ਸਾਨੂੰ ਸਿੱਖਣ ਦਾ ਪੱਧਰ ਪਤਾ ਲੱਗਦਾ ਹੈ। ਇਸ ਨਾਲ ਸਾਡੇ ਸਕੂਲ ਦਾ ਸਿੱਖਣ ਦਾ ਪੱਧਰ ਪਤਾ ਲੱਗਦਾ ਹੈ। ਉਸ ਤੋਂ ਬਾਅਦ ਸਾਨੂੰ ਸਾਡੇ ਜ਼ਿਲ੍ਹੇ ਦਾ ਸਿੱਖਣ ਦਾ ਪੱਧਰ ਪਤਾ ਲੱਗਦਾ ਹੈ। ਉਸ ਤੋਂ ਬਾਅਦ ਸਾਡੇ ਜੋ ਸੂਬਾ ਹੈ, ਰਾਜ ਹੈ, ਸਟੇਟ ਹੈ, ਉਸ ਦੇ ਸਿੱਖਣ ਦਾ ਪੱਧਰ ਪਤਾ ਲੱਗਦਾ ਹੈ। ਤਾਂ ਇਸ ਤਰ੍ਹਾਂ ਪੂਰੇ ਦੇਸ਼ ਦੇ ਸਾਨੂੰ ਜਿਹੜਾ ਸਿੱਖਣ ਦਾ ਪੱਧਰ ਪਤਾ ਲੱਗਦਾ ਹੈ। ਜਾਣੀ ਕਿ ਇਹ ਇੱਕ ਖੋਜ ਅਧਿਐਨ ਹੈ ਜੋ ਸਕੂਲਾਂ ਵਿੱਚ ਕਰਵਾਇਆ ਜਾਂਦਾ ਹੈ। ਹੁਣ ਅਸੀਂ ਦੇਖਦੇ ਹਾਂ ਇਹ ਕਿਉਂ ਕਰਵਾਇਆ ਜਾਂਦਾ ਹੈ, ਇਸ ਦਾ ਉਦੇਸ਼ ਕੀ ਹੈ। ਇਸ ਦਾ ਉਦੇਸ਼ ਇਹ ਸਮਝਣਾ ਹੈ ਕਿ ਦੇਸ਼ ਵਿੱਚ ਸਕੂਲ ਵਿਦਿਆਰਥੀਆਂ ਦੀ ਸਿਖਲਾਈ ਲਈ ਕਿੰਨੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਰਹੇ ਹਨ। ਕਿਉਂਕਿ ਬੱਚੋ ਇਹਦੇ ਵਿੱਚ ਸਕੂਲਾਂ ਦੇ ਬੱਚਿਆਂ ਦਾ ਟੈਸਟ ਕਰਵਾਇਆ ਜਾਂਦਾ ਹੈ, ਤਾਂ ਜਿਸ ਤੋਂ ਸਾਨੂੰ ਪਤਾ ਲੱਗਦਾ ਹੈ ਵੀ ਉਸ ਸਕੂਲ ਦਾ ਜੋ ਸਿੱਖਣ ਦਾ ਪੱਧਰ ਕਿੰਨਾ ਹੈ, ਵਿਦਿਆਰਥੀ ਕਿੰਨੇ ਕੁ ਪ੍ਰਭਾਵਸ਼ਾਲੀ ਢੰਗ ਨਾਲ ਆਪਣੀ ਜਿਹੜੀ ਸਿੱਖਿਆ ਲੈ ਰਹੇ ਹਨ, ਜਾਂ ਸਕੂਲ ਆਪਣੇ ਵਿਦਿਆਰਥੀਆਂ ਨੂੰ ਕਿੰਨੇ ਪ੍ਰਭਾਵਸ਼ਾਲੀ ਢੰਗ ਨਾਲ ਪੜ੍ਹਾ ਰਹੇ ਹਨ, ਉਹਨਾਂ ਨੂੰ ਸਿਖਲਾਈ ਦੇ ਰਹੇ ਹਨ। ਇਸ ਦਾ ਸਿਲੇਬਸ ਕੀ ਹੁੰਦਾ ਹੈ, ਜਾਣੀ ਕਿ ਨੈਸ ਦਾ ਸਿਲੇਬਸ ਕੀ ਹੁੰਦਾ ਹੈ। ਇਸ ਦਾ ਸਿਲੇਬਸ ਸਿੱਖਣ ਦੇ ਨਤੀਜਿਆਂ ਲਰਨਿੰਗ ਆਊਟਕਮ 'ਤੇ ਬਣਾਏ ਗਏ ਸਵਾਲਾਂ 'ਤੇ ਆਧਾਰਿਤ ਹੁੰਦਾ ਹੈ। ਕਿਉਂਕਿ ਕਈ ਵਾਰੀ ਸਾਡੇ ਵਿੱਚ ਇਹ ਭੁਲੇਖਾ ਹੁੰਦਾ ਹੈ ਵੀ ਇਹਦਾ ਸਿਲੇਬਸ ਕੀ ਹੋਵੇਗਾ, ਕਿਹੜੇ ਚੈਪਟਰ ਹੋਣਗੇ, ਇਹਨਾਂ ਦੀ ਪ੍ਰਸ਼ਨਾਂ ਦੀ ਜਿਹੜੀ ਪੇਪਰ ਵਿੱਚ ਆਉਂਦੇ ਹਨ ਉਹ ਕਿਸ ਤਰ੍ਹਾਂ ਬਣਾਏ ਜਾਂਦੇ ਹਨ। ਤਾਂ ਇਹ ਸਿਰਫ ਸਿੱਖਣ ਨਤੀਜਿਆਂ ਨੂੰ ਆਧਾਰਿਤ ਮੰਨ ਕੇ ਹੀ ਇਹਨਾਂ ਦੇ ਪ੍ਰਸ਼ਨ ਹੈ ਜੋ ਉਹ ਤਿਆਰ ਕੀਤੇ ਜਾਂਦੇ ਹਨ। ਤਾਂ ਇਹਨਾਂ ਬਾਰੇ ਆਪਾਂ ਅੱਗੇ ਵੀਡੀਓ ਵਿੱਚ ਪੜ੍ਹਾਂਗੇ ਵੀ ਸਿੱਖਣ ਨਤੀਜੇ ਕੀ ਹੁੰਦੇ ਹਨ, ਤਾਂ ਇਹਨਾਂ ਦੀ ਅਸੀਂ ਕਿਵੇਂ ਤਿਆਰੀ ਕਰਨੀ ਹੈ। ਹੁਣ ਅਸੀਂ ਦੇਖਦੇ ਹਾਂ ਪੈਸ ਤੋਂ ਕੀ ਭਾਵ ਹੈ। ਇਸ ਦਾ ਕੀ ਮਤਲਬ ਹੈ। ਇਸ ਦਾ ਮਤਲਬ ਹੈ ਪੰਜਾਬ ਅਚੀਵਮੈਂਟ ਸਰਵੇ। ਜਿਸ ਤਰ੍ਹਾਂ ਸਾਡਾ ਨੈਸ ਹੈ ਨੈਸ਼ਨਲ ਅਚੀਵਮੈਂਟ ਸਰਵੇ, ਇਸ ਤਰ੍ਹਾਂ ਇਸ ਦਾ ਮਤਲਬ ਹੈ ਪੰਜਾਬ ਅਚੀਵਮੈਂਟ ਸਰਵੇ, ਪੰਜਾਬ ਪ੍ਰਾਪਤੀ ਸਰਵੇ। ਤਾਂ ਸਾਡੇ ਸਕੂਲ ਵਿੱਚ ਸਿੱਖਿਆ ਦੇ ਪੱਧਰ ਨੂੰ ਸਮਝਣ ਲਈ ਸਕੂਲ ਸਿੱਖਿਆ ਵਿਭਾਗ ਪੰਜਾਬ ਦੀ ਪਹਿਲ ਕਦਮੀ ਹੈ। ਕਿਉਂਕਿ ਸਾਡੇ ਸਕੂਲਾਂ ਵਿੱਚ NCERT ਵੱਲੋਂ ਨੈਸ ਟੈਸਟ ਕਰਵਾਇਆ ਜਾਣਾ ਹੈ, ਤਾਂ ਉਸ ਤੋਂ ਪਹਿਲਾਂ ਸਾਡੇ ਸਿੱਖਿਆ ਵਿਭਾਗ ਵੱਲੋਂ ਸਾਡੇ ਸਿੱਖਿਆ ਦੇ ਪੱਧਰ ਨੂੰ ਦੇਖਣ ਲਈ ਪੈਸ ਕਰਵਾਇਆ ਜਾ ਰਿਹਾ ਹੈ, ਤਾਂ ਜੋ ਸਾਡੇ ਵਿੱਚ ਜੋ ਕਮੀਆਂ ਹਨ ਉਹਨਾਂ ਨੂੰ ਅਸੀਂ ਦੂਰ ਕੀਤਾ ਜਾ ਸਕੇ ਅਤੇ ਸਾਡੇ ਜੋ ਸਿੱਖਣ ਦੇ ਪੱਧਰ ਨੂੰ ਆ ਉਸ ਨੂੰ ਇੰਪਰੂਵ ਕੀਤਾ ਜਾ ਸਕੇ। ਜਾਣੀ ਕਿ ਸਿੱਖਿਆ ਵਿਭਾਗ ਪੰਜਾਬ ਦੀ ਇੱਕ ਪਹਿਲ ਕਦਮੀ ਹੈ। ਹੁਣ ਅਸੀਂ ਦੇਖਦੇ ਹਾਂ ਪੈਸ ਦਾ ਸਿਲੇਬਸ ਕੀ ਹੋਵੇਗਾ। ਤਾਂ ਜਿਸ ਤਰ੍ਹਾਂ ਨੈਸ ਦਾ ਸਿਲੇਬਸ ਹੁੰਦਾ ਹੈ, ਪੈਸ ਦਾ ਸਿਲੇਬਸ ਵੀ ਉਸੇ ਆਧਾਰ 'ਤੇ ਹੀ ਬਣਾਇਆ ਗਿਆ ਹੈ। ਇਸ ਦਾ ਸਿਲੇਬਸ ਵੀ ਸਿੱਖਣ ਨਤੀਜਿਆਂ 'ਤੇ ਬਣਾਏ ਗਏ ਸਵਾਲਾਂ 'ਤੇ ਆਧਾਰਿਤ ਹੋਵੇਗਾ। ਜਾਣੀ ਕਿ ਪੈਸ ਦਾ ਸਿਲੇਬਸ ਨੈਸ ਦੇ ਵਾਂਗੂ ਹੀ ਹੋਣਾ ਹੈ। ਸਿੱਖਣ ਨਤੀਜਿਆਂ ਲਰਨਿੰਗ ਆਊਟਕਮਜ਼ ਨੂੰ ਧਿਆਨ ਵਿੱਚ ਰੱਖ ਕੇ ਹੀ ਇਸ ਦਾ ਸਿਲੇਬਸ ਹੈ। ਤਾਂ ਉਸ ਦੇ ਆਧਾਰ 'ਤੇ ਇਸ ਦੇ ਜਿਹੜੇ ਪ੍ਰਸ਼ਨ ਆ ਉਹ ਤਿਆਰ ਕੀਤੇ ਜਾਂਦੇ ਹਨ। ਤਾਂ ਸਾਨੂੰ ਪਤਾ ਲੱਗ ਗਿਆ ਵੀ ਜੋ ਨੈਸ ਹੈ ਜਾਂ ਜੋ ਪੈਸ ਟੈਸਟ ਹੈ ਉਸ ਦਾ ਸਿਲੇਬਸ ਸਿੱਖਣ ਨਤੀਜੇ ਹੁੰਦੇ ਹਨ। ਤਾਂ ਹੁਣ ਅਸੀਂ ਦੇਖਦੇ ਹਾਂ ਵੀ ਇਹ ਸਿੱਖਣ ਨਤੀਜੇ ਕੀ ਹੁੰਦੇ ਹਨ। ਤਾਂ ਅਸੀਂ ਇਸ ਨੂੰ ਲਰਨਿੰਗ ਆਊਟਕਮਜ਼ ਵੀ ਕਹਿੰਦੇ ਹਾਂ। ਇਸ ਦਾ ਮਤਲਬ ਹੈ ਕਿ ਵਿਦਿਆਰਥੀ ਕੀ ਜਾਣਦਾ ਹੋਵੇ ਅਤੇ ਉਸ ਗਿਆਨ ਨਾਲ ਉਹ ਕੀ ਕਰ ਸਕਦਾ ਹੋਵੇ।
ਜਾਣੀ ਕਿ ਇਹ ਇੱਕ ਸਾਡਾ ਟਾਰਗੇਟ ਹੁੰਦਾ ਹੈ ਵੀ ਜਦੋਂ ਅਸੀਂ ਵਿਦਿਆਰਥੀ ਨੂੰ ਕੁਝ ਸਿਖਾਉਣਾ ਹੈ, ਜਿਹੜੀ ਉਸਨੇ ਸਿੱਖਿਆ ਪ੍ਰਾਪਤ ਕੀਤੀ ਹੈ ਜਾਂ ਉਸਨੇ ਗਿਆਨ ਪ੍ਰਾਪਤ ਕੀਤਾ ਹੈ, ਉਹਦੇ ਨਾਲ ਉਹ ਕੀ ਕਰ ਸਕਦਾ ਹੈ, ਉਸ ਨੂੰ ਆਪਣੀ ਜ਼ਿੰਦਗੀ ਵਿੱਚ ਕਿਵੇਂ ਵਰਤੋਂ ਵਿੱਚ ਲਿਆ ਸਕਦਾ ਹੈ, ਤਾਂ ਉਹ ਆਪਣੀ ਜ਼ਿੰਦਗੀ ਵਿੱਚ ਉਹ ਕਿਵੇਂ ਆਪਣੀ ਲਾਈਫ 'ਤੇ ਐਪਲੀਕੇਟ ਕਰ ਸਕਦਾ ਹੈ ਅਤੇ ਆਪਣੀ ਜ਼ਿੰਦਗੀ ਨੂੰ ਵਧੀਆ ਬਣਾ ਸਕਦਾ ਹੈ। ਜਾਣੀ ਕਿ ਇਸ ਦਾ ਮਤਲਬ ਹੈ ਵਿਦਿਆਰਥੀ ਕੀ ਜਾਣਦਾ ਹੋਵੇ, ਜਾਣੀ ਕਿ ਉਹ ਕੀ ਸਿੱਖੇ ਅਤੇ ਉਸ ਗਿਆਨ ਨਾਲ ਉਹ ਆਪਣੀ ਜ਼ਿੰਦਗੀ ਵਿੱਚ ਕੀ ਕਰ ਸਕਦਾ ਹੈ, ਤਾਂ ਜੋ ਆਪਣੀ ਜੋ ਲਾਈਫ ਹੈ, ਜ਼ਿੰਦਗੀ ਹੈ ਆਉਣ ਵਾਲੀ, ਉਸ ਨੂੰ ਉਹ ਵਧੀਆ ਤਰੀਕੇ ਨਾਲ ਗੁਜ਼ਾਰ ਸਕੇ। ਕਈ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਇਹਨਾਂ ਬਾਰੇ ਨਹੀਂ ਪਤਾ ਵੀ ਅਸੀਂ ਕਿੱਥੋਂ ਪ੍ਰਾਪਤ ਕਰ ਸਕਦੇ ਹਾਂ। ਸਿੱਖਣ ਨਤੀਜੇ ਦੇਖੋ, ਪਹਿਲਾਂ ਵੀ ਸਕੂਲਾਂ ਵਿੱਚ BMDM ਵੱਲੋਂ ਤੁਹਾਨੂੰ ਸਕੂਲ ਵਿੱਚ ਮੁਹੱਈਆ ਕਰਵਾਏ ਗਏ ਹਨ, ਤਾਂ ਵੱਖ-ਵੱਖ ਸਮੇਂ ਅਤੇ ਗਰੁੱਪਾਂ ਵਿੱਚ ਸ਼ੇਅਰ ਕੀਤੇ ਗਏ ਹਨ। ਜੇਕਰ ਫਿਰ ਵੀ ਤੁਹਾਨੂੰ ਅਜੇ ਤੱਕ ਪ੍ਰਾਪਤ ਨਹੀਂ ਜਾਂ ਤੁਹਾਡੇ ਕੋਲ ਨਹੀਂ ਹਨ, ਤਾਂ ਤੁਸੀਂ ਉਸ ਨੂੰ ਪੰਜਾਬ ਐਜੂਕੇਅਰ ਐਪ ਤੋਂ ਪ੍ਰਾਪਤ ਕਰ ਸਕਦੇ ਹਾਂ। ਜੇਕਰ ਤੁਹਾਡੇ ਕੋਲ ਸਿੱਖਣ ਨਤੀਜੇ ਆਊਟਕਮ ਨਹੀਂ ਹਨ, ਤਾਂ ਇਹ ਤੁਸੀਂ ਪੰਜਾਬ ਐਜੂਕੇਅਰ ਐਪ ਤੋਂ ਡਾਊਨਲੋਡ ਕਰ ਸਕਦੇ ਹੋ। ਤਾਂ ਇਹ ਇੱਕ ਸਾਡੀ SCRT ਦੁਆਰਾ ਬਣਾਈ ਗਈ ਐਪ ਹੈ। ਇਸ ਐਪ ਨੂੰ ਤੁਸੀਂ ਆਪਣੇ ਮੋਬਾਈਲ ਦੇ ਵਿੱਚ ਇੰਸਟਾਲ ਕਰ ਸਕਦੇ ਹੋ। ਇਸ ਦੇ ਵਿੱਚੋਂ ਤੁਸੀਂ ਲਰਨਿੰਗ ਆਊਟਕਮ, ਇੱਥੇ ਲਰਨਿੰਗ ਆਊਟਕਮ 'ਤੇ ਕਲਿੱਕ ਕਰਕੇ ਤੁਸੀਂ ਵੱਖ-ਵੱਖ ਕਲਾਸਾਂ ਦੀ ਆਪਣੇ ਵਿਸ਼ੇ ਦੇ ਅਨੁਸਾਰ ਜਿਹੜੀ ਲਰਨਿੰਗ ਆਊਟਕਮ ਜਾਂ ਸਿੱਖਣ ਨਤੀਜੇ ਉਹ ਤੁਸੀਂ ਡਾਊਨਲੋਡ ਕਰ ਸਕਦੇ ਹੋ ਅਤੇ ਉਹਨਾਂ ਨੂੰ ਪੜ੍ਹ ਸਕਦੇ ਹੋ, ਦੇਖ ਸਕਦੇ ਹੋ ਵੀ ਇਹ ਕਿਸ ਤਰ੍ਹਾਂ ਹਨ। ਤਾਂ ਆਪਾਂ ਇਸ ਵੀਡੀਓ ਵਿੱਚ ਵੀ ਉਹ ਤੁਹਾਨੂੰ ਦਿਖਾਵਾਂਗੇ ਵੀ ਇਹ ਕਿਸ ਤਰ੍ਹਾਂ ਹਨ ਅਤੇ ਅਸੀਂ ਇਸ 'ਤੇ ਕਿਸ ਤਰ੍ਹਾਂ ਕੰਮ ਕਰ ਸਕਦੇ ਹਾਂ। ਦੂਸਰਾ, ਪੰਜਾਬ ਐਜੂਕੇਅਰ ਐਪ ਉੱਤੇ ਸਾਨੂੰ ਲਰਨਿੰਗ ਆਊਟਕਮ ਦੇ ਨਾਲ ਸਾਡੀਆਂ ਵੱਖ-ਵੱਖ ਕਲਾਸਾਂ ਹਨ, ਉਹਨਾਂ ਸਭ ਦਾ ਮਟੀਰੀਅਲ ਸਾਨੂੰ ਮਿਲ ਸਕਦਾ ਹੈ। ਜਿਸ ਤਰ੍ਹਾਂ ਉਸ ਨਾਲ ਸੰਬੰਧਿਤ ਵੀਡੀਓ, ਉਸ ਨਾਲ ਸੰਬੰਧਿਤ PDF, ਉਸ ਦੀਆਂ ਬੁੱਕਸ, ਸਾਡੇ ਜੋ ਅਸਾਈਨਮੈਂਟ ਆਉਂਦੀਆਂ ਹਨ, ਜਾਂ ਸਾਡਾ ਅੱਜ ਦਾ ਸ਼ਬਦ ਹੈ ਅਡਾਲ ਨਾਲ ਸੰਬੰਧਿਤ ਪ੍ਰਸ਼ਨ, ਤਾਂ ਬਹੁਤ ਸਾਰਾ ਜਿਹੜਾ ਸਾਨੂੰ ਇੱਥੋਂ ਲੋੜੀਂਦਾ ਮਟੀਰੀਅਲ ਹੈ ਸਾਡੇ ਵਿਸ਼ੇ ਨਾਲ ਸੰਬੰਧਿਤ, ਉਹ ਇੱਥੋਂ ਪ੍ਰਾਪਤ ਹੋ ਜਾਂਦਾ ਹੈ। ਜੇਕਰ ਕਿਸੇ ਵਿਦਿਆਰਥੀ ਜਾਂ ਅਧਿਆਪਕ ਸਾਥੀ ਨੇ ਅਜੇ ਤੱਕ ਇਹ ਐਪ ਆਪਣੇ ਮੋਬਾਈਲ ਦੇ ਵਿੱਚ ਡਾਊਨਲੋਡ ਨਹੀਂ ਕੀਤੀ, ਤਾਂ ਸਭ ਤੋਂ ਪਹਿਲਾਂ ਉਹ ਇਸ ਐਪ ਨੂੰ ਆਪਣੇ ਮੋਬਾਈਲ ਦੇ ਵਿੱਚ ਜ਼ਰੂਰ ਡਾਊਨਲੋਡ ਕਰੇ। ਫਿਰ ਉਸ ਤੋਂ ਬਾਅਦ ਤੁਸੀਂ ਉਸ ਨੂੰ ਖੋਲ੍ਹ ਕੇ ਤਾਂ ਤੁਹਾਨੂੰ ਇਸ ਤਰ੍ਹਾਂ ਲਰਨਿੰਗ ਆਊਟਕਮ ਵਾਲਾ ਜੋ ਟੌਪਿਕ ਹੈ ਮੈਨੂੰ ਉਹ ਦਿਖਾਈ ਦੇਵੇਗਾ। ਤੁਸੀਂ ਇਸ 'ਤੇ ਪ੍ਰੈਸ ਕਰਕੇ ਸਾਰੀਆਂ ਕਲਾਸਾਂ ਦਾ ਲਰਨਿੰਗ ਆਊਟਕਮਸ ਡਾਊਨਲੋਡ ਕਰ ਸਕਦੇ ਹੋ। ਤਾਂ ਤੁਹਾਨੂੰ ਸਕਰੀਨ 'ਤੇ ਸਿੱਖਣ ਦੇ ਪ੍ਰਣਾਮ ਅੱਪਰ ਪ੍ਰਾਇਮਰੀ ਪੱਧਰ ਦੇ ਮੋਡਿਊਲ ਦਿਖਾਈ ਦੇ ਰਿਹਾ ਹੈ। ਤਾਂ ਇਸ ਤਰ੍ਹਾਂ ਤੁਸੀਂ ਐਪ 'ਤੇ ਜਾਓਗੇ ਤਾਂ ਤੁਹਾਨੂੰ ਇਹ ਮੋਡਿਊਲ ਦਿਖਾਈ ਦੇਵੇਗਾ। ਇਹ ਅੱਪਰ ਪ੍ਰਾਇਮਰੀ ਪੱਧਰ ਦਾ ਹੈ। ਇਸ ਵਿੱਚ 6ਵੀਂ ਤੋਂ 8ਵੀਂ ਦੀਆਂ ਲਰਨਿੰਗ ਆਊਟਕਮ ਸਿੱਖਣ ਨਤੀਜੇ ਹਨ। ਤਾਂ ਤੁਸੀਂ ਬਾਕੀ ਕਲਾਸਾਂ ਦੇ ਲਰਨਿੰਗ ਆਊਟਕਮਜ਼ ਸਿੱਖਣ ਦੇ ਪ੍ਰਣਾਮ ਵੀ ਡਾਊਨਲੋਡ ਕਰ ਸਕਦੇ ਹੋ। ਤਾਂ ਇਸ ਤਰ੍ਹਾਂ ਤੁਹਾਡੇ ਕੋਲ ਜਿਹੜੇ ਇਹ ਹੈ ਸਿੱਖਣ ਦੇ ਪ੍ਰਣਾਮ ਹਨ। ਅਤੇ ਅੱਗੇ ਆਪਾਂ ਦੇਖਦੇ ਹਾਂ ਵੀ ਇਹ ਵੱਖ-ਵੱਖ ਕਲਾਸਾਂ ਦੇ ਕਿਸ ਤਰ੍ਹਾਂ ਹੁੰਦੇ ਹਨ, ਕਿਹੜੇ ਵਿਸ਼ਿਆਂ ਦੇ ਹਨ। ਇਹ ਸਾਡੇ ਕੋਲ ਵਿਸ਼ਾ ਵਸਤੂ ਹੈ ਸਾਡੇ ਲਰਨਿੰਗ ਆਊਟਕਮ ਦਾ, ਸਿੱਖਣ ਨਤੀਜੇ ਦਾ। ਤਾਂ ਇਸ ਦੇ ਵਿੱਚ ਸਾਡੇ ਕੋਲ ਪੰਜਾਬੀ, ਅੰਗਰੇਜ਼ੀ, ਹਿੰਦੀ, ਗਣਿਤ, ਵਿਗਿਆਨ, ਸਮਾਜਿਕ ਵਿਗਿਆਨ, ਤਾਂ ਸਾਡੇ ਜੋ ਮੁੱਖ 6 ਵਿਸ਼ੇ ਹਨ ਉਹਨਾਂ ਸਾਰਿਆਂ ਦੇ ਸਾਨੂੰ ਸਿੱਖਣ ਨਤੀਜੇ, ਸਿੱਖਣ ਪਰਿਣਾਮ, ਲਰਨਿੰਗ ਆਊਟਕਮ ਸਾਨੂੰ ਮਿਲ ਜਾਣਗੇ, ਜਿਸ ਨੂੰ ਤੁਸੀਂ ਪੜ੍ਹ ਸਕਦੇ ਹੋ, ਜਿਸ ਨਾਲ ਸਾਡਾ ਜਾਂ ਪੈਸ ਜਾਂ ਨੈਸ਼ਨਲ ਦੇ ਪ੍ਰਸ਼ਨਾਂ ਦੀ ਤਿਆਰੀ ਹੈ ਉਹ ਚੰਗੀ ਤਰ੍ਹਾਂ ਹੋ ਜਾਵੇਗੀ। ਇਹ ਜੋ ਵਿਸ਼ਾ ਵਸਤੂ ਹੈ 6ਵੀਂ ਤੋਂ 8ਵੀਂ ਕਲਾਸ ਦਾ ਹੈ। ਇਸ ਤਰ੍ਹਾਂ 9ਵੀਂ ਅਤੇ 10ਵੀਂ ਕਲਾਸ ਦਾ ਵੀ ਸਾਨੂੰ ਅਲੱਗ ਤੋਂ ਇੱਕ ਪ੍ਰਾਪਤ ਹੋ ਜਾਵੇਗਾ। ਜੇ ਤੁਸੀਂ ਇਕੱਲੀ ਕਲਾਸ ਜਾਂ ਇਕੱਲੇ ਵਿਸ਼ੇ ਦੀ ਲਰਨਿੰਗ ਆਊਟਕਮ ਦੇਖਣੀ ਚਾਹੁੰਦੇ ਹੋ ਤਾਂ ਉਹ ਵੀ ਤੁਹਾਨੂੰ ਪੰਜਾਬ ਐਜੂਕੇਅਰ ਐਪ ਤੋਂ ਪ੍ਰਾਪਤ ਹੋ ਜਾਵੇਗੀ। ਇਸ ਤਰ੍ਹਾਂ ਦੇਖੋ, ਤੁਹਾਡੀ ਸਕਰੀਨ 'ਤੇ 6ਵੀਂ ਜਮਾਤ ਦੇ ਪੰਜਾਬੀ ਦੇ ਸਿੱਖਣ ਦੇ ਨਤੀਜੇ, ਸਿੱਖਣ ਦੇ ਪਰਿਣਾਮ ਜਾਂ ਲਰਨਿੰਗ ਆਊਟਕਮ ਤੁਹਾਨੂੰ ਦਿਖਾਈ ਦੇ ਰਹੇ ਹਨ। ਤਾਂ ਦੇਖੋ, ਤੁਹਾਨੂੰ ਇੱਕ ਪਾਸੇ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਦਿਖਾਈ ਦੇ ਰਹੀ ਹੈ, ਯਾਨੀ ਟੈਕਨੀਕ, ਅਸੀਂ ਕਿਸ ਤਰ੍ਹਾਂ ਬੱਚਿਆਂ ਨੂੰ ਸਿਖਾ ਸਕਦੇ ਹਾਂ ਅਤੇ ਫਿਰ ਸਾਨੂੰ ਉਸ ਦੇ ਕੀ ਪਰਿਣਾਮ ਮਿਲ ਸਕਦੇ ਹਨ। ਤਾਂ ਇਸ ਤਰ੍ਹਾਂ ਅਸੀਂ ਇਹਨਾਂ ਸਾਰੀਆਂ ਲਰਨਿੰਗ ਆਊਟਕਮ ਨੂੰ ਵੱਖ-ਵੱਖ ਵਿਸ਼ਿਆਂ ਨੂੰ ਪੜ੍ਹ ਕੇ ਬੱਚਿਆਂ ਨੂੰ ਚੰਗੀ ਤਰ੍ਹਾਂ ਤਿਆਰੀ ਕਰਵਾ ਸਕਦੇ ਹਾਂ। ਇਹ ਸਾਡੇ ਕੋਲ 6ਵੀਂ ਕਲਾਸ ਦੇ ਹਿੰਦੀ ਦੇ ਲਰਨਿੰਗ ਆਊਟਕਮਜ਼ ਹਨ। ਇਹ ਸਾਡੇ ਕੋਲ 7ਵੀਂ ਕਲਾਸ ਦੇ ਗਣਿਤ ਦੇ ਲਰਨਿੰਗ ਆਊਟਕਮਜ਼ ਹਨ। ਇਸ ਦੇ ਪਾਸੇ ਇੱਕ ਵਿਧੀਆਂ ਹੁੰਦੀਆਂ ਹਨ, ਇੱਕ ਪਾਸੇ ਇਸ ਦੇ ਸਿੱਖਣ ਨਤੀਜੇ ਹੁੰਦੇ ਹਨ। ਇਹ ਸਾਡੇ ਕੋਲ ਜਮਾਤ 6ਵੀਂ ਦੇ ਵਿਗਿਆਨ ਦੀਆਂ
ਲਰਨਿੰਗ ਆਊਟਕਮਜ਼ ਸਿੱਖਣ ਦੇ ਪਰਿਣਾਮ ਹਨ। ਇਹ ਸਾਡੇ ਕੋਲੇ ਜਮਾਤ 7ਵੀਂ ਦੇ ਸਮਾਜਿਕ ਵਿਗਿਆਨ ਦੇ ਲਰਨਿੰਗ ਆਊਟਕਮ ਹਨ। ਤਾਂ ਉਸ ਦੇ ਵਿੱਚ ਇਸ ਤਰ੍ਹਾਂ ਹਰੇਕ ਵਿਸ਼ੇ ਦੀ ਇੱਕ ਪਾਸੇ ਸਾਡੇ ਕੋਲ ਪ੍ਰਕਿਰਿਆ ਵੀ ਕਿਸ ਤਰ੍ਹਾਂ ਅਸੀਂ ਐਕਟੀਵਿਟੀਜ਼ ਕਰ ਸਕਦੇ ਹਾਂ, ਪ੍ਰਸ਼ਨ ਤਿਆਰ ਕਰ ਸਕਦੇ ਹਾਂ ਅਤੇ ਉਹਨਾਂ ਦੇ ਸਾਨੂੰ ਕੀ ਪਰਿਣਾਮ ਮਿਲਣਗੇ, ਇਸ ਤਰ੍ਹਾਂ ਇਹਦੇ ਵਿੱਚ ਸਾਡੇ ਕੋਲ ਇਹ ਦਿਖਾਈ ਦਿੰਦੇ ਹਨ। ਇਸ ਤਰ੍ਹਾਂ ਸਾਡੇ ਕੋਲ 8ਵੀਂ ਕਲਾਸ ਦੇ ਅੰਗਰੇਜ਼ੀ ਵਿਸ਼ੇ ਦੇ ਲਰਨਿੰਗ ਆਊਟਕਮਜ਼ ਹਨ। ਤਾਂ ਇਸ ਤਰ੍ਹਾਂ ਅਸੀਂ ਹਰ ਕਲਾਸ ਦੇ 6ਵੀਂ ਤੋਂ ਲੈ ਕੇ 10ਵੀਂ ਤੱਕ ਜਾਂ ਹੋਰ ਕਲਾਸਾਂ ਦੇ ਲਰਨਿੰਗ ਆਊਟਕਮ ਪੰਜਾਬ ਐਜੂਕੇਅਰ ਡਾਊਨਲੋਡ ਕਰ ਸਕਦੇ ਹਾਂ ਅਤੇ ਉਹਨਾਂ ਨੂੰ ਦੇਖ ਸਕਦੇ ਹਾਂ, ਤਾਂ ਜੋ ਸਾਨੂੰ ਪੈਸ ਜਾਂ ਨੈਸ ਨਾਲ ਸੰਬੰਧਿਤ ਜਿਹੜੀ ਜਾਣਕਾਰੀ ਆ ਉਹਦੇ ਵਿੱਚ ਕਿਸ ਪ੍ਰਕਾਰ ਦੇ ਪ੍ਰਸ਼ਨ ਆਉਣੇ ਹਨ, ਤਾਂ ਉਸਦਾ ਸਿਲੇਬਸ ਕੀ ਹੈ, ਤਾਂ ਉਹਦੀ ਸਾਨੂੰ ਜਿਹੜੀ ਜਾਣਕਾਰੀ ਹੈ ਉਹ ਚੰਗੀ ਤਰ੍ਹਾਂ ਮਿਲ ਜਾਵੇਗੀ। ਤਾਂ ਅਸੀਂ ਹੁਣ ਦੇਖਿਆ ਵੀ ਸਿੱਖਣ ਪਰਿਣਾਮ ਲਰਨਿੰਗ ਆਊਟ ਕਿਵੇਂ ਕੀ ਹੁੰਦੇ ਹਨ, ਤਾਂ ਅਸੀਂ ਇਹ ਕਿੱਥੋਂ ਪ੍ਰਾਪਤ ਕਰ ਸਕਦੇ ਹਾਂ। ਜੇਕਰ ਤੁਹਾਨੂੰ ਫਿਰ ਵੀ ਇਹ ਪ੍ਰਾਪਤ ਕਰਨ 'ਚ ਮੁਸ਼ਕਲ ਆ ਰਹੀ ਆ ਤਾਂ ਤੁਸੀਂ ਆਪਣੇ ਸੰਬੰਧਿਤ BMDM ਨਾਲ ਸੰਪਰਕ ਕਰਕੇ ਇਹ ਪ੍ਰਾਪਤ ਕਰ ਸਕਦੇ ਹੋ। ਤਾਂ ਇਸ ਤੋਂ ਬਾਅਦ ਸਾਡੇ ਕੋਲ ਪ੍ਰਸ਼ਨ ਹੁੰਦਾ ਹੈ ਵੀ ਜੋ ਸਾਡੇ ਕੋਲ ਟੈਸਟ ਹੋਣਾ ਹੈ ਪੈਸ ਜਾਂ ਨੈਸ ਦਾ, ਉਸ ਵਿੱਚ ਪ੍ਰਸ਼ਨਾਂ ਦੀ ਕਿਸਮ ਕਿਹੋ ਜਿਹੀ ਹੁੰਦੀ ਹੈ, ਕਿਸ ਤਰ੍ਹਾਂ ਦੇ ਪ੍ਰਸ਼ਨ ਅਸੀਂ ਸਿੱਖਣੇ ਹੁੰਦੇ ਹਨ। ਤਾਂ ਸਾਡੇ ਕੋਲ 3 ਪ੍ਰਕਾਰ ਪ੍ਰਸ਼ਨਾਂ ਦੀ ਕਿਸਮ ਹੁੰਦੀ ਹੈ। ਇੱਕ ਯਾਦ ਰੱਖਣ ਵਾਲੇ, ਇੱਕ ਸਮਝਣ ਵਾਲੇ, ਇੱਕ ਵਰਤੋਂ ਵਿੱਚ ਲਿਆਉਣ ਵਾਲੇ। ਯਾਦ ਰੱਖਣ ਵਾਲੇ ਤੋਂ ਭਾਵ ਵੀ ਕੁਝ ਸਾਡੇ ਕੋਲ ਹਰ ਵਿਸ਼ੇ ਦੇ ਪ੍ਰਸ਼ਨ ਇਹੋ ਜਿਹੇ ਹੁੰਦੇ ਹਨ ਜਿਹੜੇ ਸਾਨੂੰ ਸਿਰਫ ਯਾਦ ਰੱਖਣੇ ਪੈਂਦੇ ਹਨ। ਠੀਕ ਹੈ, ਕੁਝ ਪ੍ਰਸ਼ਨ ਸਾਡੇ ਇਹੋ ਜਿਹੇ ਹੁੰਦੇ ਹਨ ਜੋ ਸਮਝਣ ਵਾਲੇ ਹੁੰਦੇ ਹਨ, ਵੀ ਉਹਦੇ ਵਿੱਚ ਜੋ ਆਈਡੀਆ ਹੈ ਜਾਂ ਕਨਸੈਪਟ ਹੈ ਅਸੀਂ ਉਸ ਨੂੰ ਕਿਸ ਤਰ੍ਹਾਂ ਐਕਸਪਲੇਨ ਕਰ ਸਕਦੇ ਹਾਂ। ਠੀਕ ਹੈ, ਉਸ ਤੋਂ ਬਾਅਦ ਸਾਡੇ ਕੋਲ ਵਰਤੋਂ ਵਿੱਚ ਲਿਆਉਣ ਵਾਲੇ ਪ੍ਰਸ਼ਨ ਹੁੰਦੇ ਹਨ, ਜਾਣੀ ਕਿ ਅਪਲਾਈ ਕਰਨ ਵਾਲੇ ਪ੍ਰਸ਼ਨ। ਇਸ ਦਾ ਮਤਲਬ ਕੀ ਹੈ ਵੀ ਜਦੋਂ ਅਸੀਂ ਕੋਈ ਕਨਸੈਪਟ ਸਿੱਖ ਲਿਆ ਹੈ, ਕੋਈ ਚੀਜ਼ ਸਿੱਖ ਲਈ ਹੈ, ਤਾਂ ਅਸੀਂ ਉਸ ਨੂੰ ਨਵੇਂ ਹਾਲਤਾਂ ਦੇ ਵਿੱਚ, ਨਵੀਂ ਸਿਚੁਏਸ਼ਨ ਦੇ ਵਿੱਚ ਉਹ ਆਪਣਾ ਆਈਡੀਆ ਕਿਸ ਤਰ੍ਹਾਂ ਅਪਲਾਈ ਕਰ ਸਕਦੇ ਹਾਂ। ਜੇ ਅਸੀਂ ਉਸ ਜੋ ਗੱਲ ਸਿੱਖੀ ਹੈ, ਜੋ ਗਿਆਨ ਪ੍ਰਾਪਤ ਕੀਤਾ ਹੈ, ਤਾਂ ਅਸੀਂ ਉਸ ਨੂੰ ਨਵੇਂ ਹਾਲਤਾਂ ਦੇ ਵਿੱਚ ਕਿਸ ਤਰ੍ਹਾਂ ਅਸੀਂ ਉਸ ਨੂੰ ਅਪਲਾਈ ਕਰਨਾ ਹੈ, ਤਾਂ ਅਸੀਂ ਜੋ ਕਰ ਲੈਂਦੇ ਹਾਂ ਇਸ ਦਾ ਮਤਲਬ ਸਾਡਾ ਜੋ ਗਿਆਨ ਆ ਉਹ ਪੂਰਾ ਹੋ ਗਿਆ ਹੈ। ਅਸੀਂ ਚੰਗੀ ਤਰ੍ਹਾਂ ਪੜ੍ਹਿਆ ਹੈ, ਅਸੀਂ ਚੰਗੀ ਤਰ੍ਹਾਂ ਸਿੱਖ ਲਿਆ ਹੈ, ਤਾਂ ਅਸੀਂ ਉਸ ਗਿਆਨ ਨੂੰ ਆਪਣੀ ਲਾਈਫ ਦੇ ਵਿੱਚ ਅਪਲਾਈ ਕਰਨਾ, ਜਾਣੀ ਕਿ ਵਰਤੋਂ ਵਿੱਚ ਲਿਆਉਣਾ ਸਿੱਖ ਗਏ ਹਾਂ। ਤਾਂ ਇਸ ਪ੍ਰਕਾਰ ਦੇ ਜਿਹੜੇ ਸਵਾਲ ਆ ਇਹਨਾਂ ਟੈਸਟ ਦੇ ਵਿੱਚ ਹੁੰਦੇ ਹਨ। ਤਾਂ ਹੁਣ ਅਸੀਂ ਦੇਖਦੇ ਹਾਂ ਵੀ ਪੈਸ ਸੰਬੰਧੀ ਟੈਸਟ ਕਦੋਂ ਹੋਣੇ ਹਨ। ਦੇਖੋ, ਤੁਹਾਡਾ ਇੱਕ ਟੈਸਟ 24 ਅਗਸਤ ਤੋਂ ਹੋ ਗਿਆ ਹੈ, ਜੋ ਇੱਕ ਗੂਗਲ ਕੁਇਜ਼ ਦੇ ਰੂਪ ਵਿੱਚ ਹੋਇਆ ਹੈ। ਇਸ ਦਾ ਪਹਿਲਾ ਮੌਕ ਟੈਸਟ 16 ਸਤੰਬਰ 2020 ਨੂੰ ਕਰਵਾਇਆ ਜਾਵੇਗਾ। ਉਸ ਤੋਂ ਬਾਅਦ ਦੂਜਾ ਟੈਸਟ 21 ਅਕਤੂਬਰ 2020 ਨੂੰ ਕਰਵਾਇਆ ਜਾਵੇਗਾ ਅਤੇ ਫਾਈਨਲ ਟੈਸਟ ਜੋ ਪੂਰਾ ਸਿਲੇਬਸ ਹੋਵੇਗਾ ਉਸ ਵਿੱਚੋਂ ਕਰਵਾਇਆ ਜਾਵੇਗਾ, ਉਹ 11 ਨਵੰਬਰ 2020 ਨੂੰ ਕਰਵਾਇਆ ਜਾਵੇਗਾ। ਤਾਂ ਇਹ ਸਾਡੇ ਕੁਝ ਤਰੀਕਾ ਹਨ ਜੋ ਪੈਸ ਨਾਲ ਸੰਬੰਧਿਤ ਹਨ ਵੀ ਇਹਦੇ ਟੈਸਟ ਆ ਉਹ ਕਦੋਂ ਹੋਣੇ ਹਨ। ਤਾਂ ਇਸ ਲਈ ਸਾਨੂੰ ਇਸ ਟੈਸਟ ਨਾਲ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਫਿਰ ਅਸੀਂ ਉਸ ਦੀ ਕਿਵੇਂ ਤਿਆਰੀ ਕਰਨੀ ਹੈ ਉਸ ਦੀ ਵੀ ਜਾਣਕਾਰੀ ਹੋਣੀ ਚਾਹੀਦੀ ਹਨ। ਤਾਂ ਇਸ ਲਈ ਸਾਨੂੰ ਵਿਦਿਆਰਥੀਆਂ ਨੂੰ ਅਤੇ ਅਧਿਆਪਕਾਂ ਨੂੰ ਇਸ ਪੈਸ ਬਾਰੇ ਅਤੇ ਉਸਦੇ ਸਿਲੇਬਸ ਬਾਰੇ ਅਤੇ ਉਸਦੇ ਪ੍ਰਸ਼ਨਾਂ ਬਾਰੇ ਚੰਗੀ ਤਰ੍ਹਾਂ ਗਿਆਨ ਹੋਣਾ ਜ਼ਰੂਰੀ ਹੈ। ਤਾਂ ਇਸ ਲਈ ਤੁਸੀਂ ਇਸ ਟੈਸਟ ਦੀ ਚੰਗੀ ਤਰ੍ਹਾਂ ਤੁਸੀਂ ਜਿਹੜੀ ਹੈਗੀ ਆ ਉਹ ਤਿਆਰੀ ਕਰਨੀ ਹੈ। ਇਸ ਸੰਬੰਧੀ ਤੁਸੀਂ ਹੋਰ ਮਟੀਰੀਅਲ ਜਾਂ ਕੋਈ ਸਹਾਇਤਾ ਲੈਣੀ ਹੈ ਤਾਂ ਉਹ ਵੀ ਤੁਸੀਂ ਪੰਜਾਬ ਐਜੂਕੇਅਰ ਐਪ ਤੋਂ ਡਾਊਨਲੋਡ ਕਰ ਸਕਦੇ ਹੋ। ਇਸ ਨਾਲ ਕੁਝ ਪੁਰਾਣੇ ਜੋ ਪਹਿਲਾਂ ਟੈਸਟ ਹੋਏ ਹਨ ਨੈਸ ਦੇ, ਉਸ ਨਾਲ ਸੰਬੰਧਿਤ ਮੋਡਲ ਟੈਸਟ ਪੇਪਰ ਜਾਂ ਕੁਝ ਤੁਹਾਨੂੰ ਹੋਰ ਮਟੀਰੀਅਲ ਚਾਹੀਦਾ ਪ੍ਰਸ਼ਨ ਤਿਆਰ ਕਰਨ ਲਈ ਜਾਂ ਉਹਨਾਂ ਦੀ ਤਿਆਰੀ ਕਰਨ ਲਈ, ਤਾਂ ਉਹ ਵੀ ਤੁਸੀਂ ਪੰਜਾਬ ਐਜੂਕੇਅਰ ਐਪ ਤੋਂ ਡਾਊਨਲੋਡ ਕਰ ਸਕਦੇ ਹੋ। ਇਸ ਚੈਨਲ 'ਤੇ ਵੀ ਵਿਦਿਆਰਥੀਆਂ ਦੀ ਪੈਸ ਨਾਲ ਸੰਬੰਧਿਤ ਤਿਆਰੀ ਕਰਵਾਈ ਜਾਵੇਗੀ। ਤਾਂ ਇਸ ਕਰਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਬੇਨਤੀ ਹੈ ਕਿ ਉਹ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨ ਤਾਂ ਜੋ ਉਹ ਇਸ ਟੈਸਟ ਦੀ ਚੰਗੀ ਤਰ੍ਹਾਂ ਤਿਆਰੀ ਕਰ ਸਕਣ। ਤਾਂ ਜਲਦੀ ਹੀ ਇਸ ਚੈਨਲ 'ਤੇ ਵਿਦਿਆਰਥੀਆਂ ਦੀ ਪੈਸ ਨਾਲ ਸੰਬੰਧਿਤ ਤਿਆਰੀ ਕਰਵਾਈ ਜਾਵੇਗੀ। ਤਾਂ ਪੈਸ ਦੀ ਤਿਆਰੀ ਕਰਨ ਲਈ ਅਤੇ ਇਸ ਨਾਲ ਸੰਬੰਧਿਤ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਜੋ ਤੁਹਾਨੂੰ ਇਸ ਦਾ ਨੋਟੀਫਿਕੇਸ਼ਨ ਮਿਲ ਸਕੇ ਜਦੋਂ ਵੀ ਨਵੀਂ ਵੀਡੀਓ ਅਪਲੋਡ ਹੁੰਦੀ ਹੈ।
ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਅਤੇ ਲਾਈਕ ਕਰਨਾ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।